Attention Outlook। ਆਸਾ ਮਹਿਲਾ ਪੰਜਵਾਂ। ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨੂਗ੍ਰਹਿ ਭਇਓ ਰੀ। ਮਹਾ ਮੋਹਨੀ ਤੁਧ ਨਾ ਵਿਆਪੈ, ਤੇਰਾ ਆਲਸ ਕਹਾਂ ਗਇਓ ਰੀ। ਰਹਾਓ। ਦੋ ਸਹੇਲੀਆਂ ਦੀ ਆਪਸ ਦੀ ਗੱਲਬਾਤ ਹੈ। ਇੱਕ ਸਹੇਲੀ ਦੂਸਰੀ ਨੂੰ ਪੁੱਛ ਰਹੀ ਹੈ ਕਿ ਤੇਰੀ ਮਨ ਨੂੰ ਮੈਲਾ ਕਰਨ ਵਾਲੀ ਮੋਹ ਦੀ ਨੀਂਦ ਛੁੱਟ ਗਈ ਹੈ। ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨੂਗ੍ਰਹਿ ਭਇਓ ਰੀ। ਅਨੂਗ੍ਰਹਿ ਤੋਂ ਭਾਵ ਕਿਰਪਾ। ਤੇਰੇ ਤੇ ਕਿਹੜੀ ਕਿਰਪਾ ਹੋਈ ਹੈ ਜਿਹਦੇ ਕਰਕੇ ਤੇਰੀ ਮਨ ਨੂੰ ਮੈਲਾ ਕਰਨ ਵਾਲੀ ਮੋਹ ਦੀ ਨੀਂਦ ਛੁੱਟ ਗਈ ਹੈ। ਮਹਾ ਮੋਹਨੀ ਤੁਧ ਨਾ ਵਿਆਪੈ। ਜੀਵਾਂ ਦੇ ਮਨ ਨੂੰ ਮੋਹ ਲੈਣ ਵਾਲੀ ਬੜੀ ਮਾਇਆ ਵੀ ਤੈਨੂੰ ਵਿਆਪਦੀ ਨਹੀਂ, ਤੇਰੇ ਤੇ ਆਪਣਾ ਜ਼ੋਰ ਨਹੀਂ ਪਾ ਸਕਦੀ। ਤੇਰਾ ਆਲਸ ਕਹਾਂ ਗਇਓ ਰੀ। ਤੇਰਾ ਆਲਸ ਕਿੱਧਰ ਗਿਆ। ਇੱਕ ਸਹੇਲੀ ਦੂਸਰੀ ਨੂੰ ਸਵਾਲ ਤੇ ਸਵਾਲ ਕਰ ਰਹੀ ਹੈ। ਕਾਮ ਕ੍ਰੋਧ ਅਹੰਕਾਰ ਗਾਖਰੋ, ਸੰਜਮ ਕੌਣ ਛੁੱਟਿਓ। ਹੇ ਭੈਣ, ਇਹ ਕਾਮ ਕ੍ਰੋਧ ਇਹ ਹੰਕਾਰ ਇਹ ਸਾਰੇ ਜੀਵਾਂ ਨੂੰ ਬੜੀ ਔਖਿਆਈ ਦਿੰਦੇ ਨੇ। ਗਾਖਰੋ ਤੋਂ ਭਾਵ ਔਖਿਆਈ ਦੇਣ ਵਾਲਾ, ਕਿ ਇਹ ਕਾਮ ਕ੍ਰੋਧ ਅਹੰਕਾਰ ਔਖਿਆਈ ਦੇਣ ਵਾਲੇ ਨੇ। ਸੰਜਮ ਕੌਣ ਛੁਟਿਓਰੀ। ਤੂੰ ਕਿਹੜਾ ਅਜਿਹਾ ਸੰਜਮ ਕੀਤਾ, ਕਿਹੜੀ ਐਸੀ ਜੁਗਤ ਲੜਾਈ ਜਿਹਦੇ ਕਰਕੇ ਤੇਰੇ ਅੰਦਰੋਂ ਇਹ ਸਾਰੇ ਹੀ ਖਤਮ ਹੋ ਗਏ। ਸੁਰ ਨਰ ਦੇਵ ਅਸੁਰ, ਤ੍ਰੈ ਗੁਨੀਆਂ ਸਗਲੋ ਭਵਨ ਲੁੱਟਿਓ। ਕਹਿੰਦੇ ਬੇਸ਼ੱਕ ਕੋਈ ਭਲੇ ਮਨੁੱਖ ਹੋਣ, ਦੇਵਤੇ ਹੋਣ, ਦੈਂਤ ਹੋਣ, ਇਹ ਸਾਰੇ ਹੀ ਤ੍ਰੈ ਗੁਣੀ ਜੀਵ, ਸਾਰਾ ਹੀ ਜਗਤ ਇਹਨਾਂ ਵਿਕਾਰਾਂ ਨੇ ਲੁੱਟ ਲਿਆ ਹੈ। ਪਰ ਤੇਰੇ ਅੰਦਰੋਂ ਇਹ ਵਿਕਾਰ ਕਿਵੇਂ ਖਤਮ ਹੋ ਗਏ। ਇੱਕ ਹੋਰ ਸਵਾਲ ਪੁੱਛਿਆ ਗਿਆ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਰੀ। ਐਸੋ ਸਮਰੱਥ ਵਰਨ ਨਾ ਸਾਕੋ, ਤਾਂ ਕਿ ਉਪਮਾ ਜਾਤ ਨਾ ਕਹਿਓ ਰੀ। ਜੰਗਲ ਦੇ ਵਿੱਚ ਜੇਕਰ ਅੱਗ ਲੱਗ ਜਾਵੇ ਤਾਂ ਘਾਹ ਫੂਸ ਸਭ ਕੁਝ ਸੜ ਜਾਂਦਾ ਹੈ, ਕੋਈ ਵਿਰਲਾ ਹੀ ਹਰਾ ਰੁੱਖ ਬਚਦਾ ਹੈ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਰੀ। ਕੋਈ ਵਿਰਲਾ ਹੀ ਹਰਾ ਰਹਿ ਜਾਂਦਾ ਦਰਖਤ, ਤੇ ਜਿਹੜਾ ਹਰਾ ਰਹਿ ਜਾਂਦਾ, ਗੁਰੂ ਜੀ ਕਹਿੰਦੇ ਐਸੋ ਸਮਰੱਥ ਵਰਨ ਨਾ ਸਾਕੋ। ਵਰਨ ਨਾ ਸਾਕੋ ਤੋਂ ਭਾਵ ਬਿਆਨ ਨਹੀਂ ਕੀਤਾ ਜਾ ਸਕਦਾ। ਅਜਿਹਾ ਜਿਹੜਾ ਬਲਦੀ ਅੱਗ ਦੇ ਵਿੱਚ ਵੀ ਹਰਾ ਰਹਿਣ ਦੇ ਸਮਰੱਥ ਹੋਵੇ, ਉਹਦੀ ਤਾਕਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜਿਹੜਾ ਵਿਕਾਰਾਂ ਦੀ ਅੱਗ ਦੇ ਵਿੱਚ ਸੜ ਰਹੇ ਇਸ ਸੰਸਾਰ ਦੇ ਵਿੱਚ ਵੀ ਹਰਾ ਰਹਿ ਸਕੇ, ਇਸ ਅੱਗ ਤੋਂ ਬਚਿਆ ਰਹਿ ਸਕੇ, ਉਹਦੀ ਆਤਮਿਕ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹਦੀ ਵਡਿਆਈ ਨਹੀਂ ਕੀਤੀ ਜਾ ਸਕਦੀ, ਉਹਦੀ ਜਾਤ ਨਹੀਂ ਕਹੀ ਜਾ ਸਕਦੀ। ਉਪਮਾ ਜਾਤ ਨਾ ਕਹਿਓ ਰੀ। ਕਾਜਰ ਕੋਠ ਮਹਿ ਭਈ ਨਾ ਕਾਰੀ, ਨਿਰਮਲ ਵਰਨ ਬਨਿਓ। ਮਹਾ ਮੰਤਰ ਗੁਰ ਹਿਰਦੈ ਵਸਿਓ, ਅਚਰਜ ਨਾਮ ਸੁਨਿਓ ਰੀ। ਹੁਣ ਇੱਥੇ ਦੂਸਰੀ ਸਹੇਲੀ ਜਿਹਨੂੰ ਕਿ ਸਵਾਲ ਪੁੱਛੇ ਜਾ ਰਹੇ ਸਨ, ਉਹ ਉੱਤਰ ਦਿੰਦੀ ਆ। ਕਹਿੰਦੀ ਮਹਾ ਮੰਤਰ ਗੁਰ ਹਿਰਦੈ ਵਸਿਓ, ਅਚਰਜ ਨਾਮ ਸੁਣਿਓ ਰੀ। ਮੇਰੇ ਹਿਰਦੇ ਵਿੱਚ ਸਤਿਗੁਰੂ ਦਾ ਸ਼ਬਦ ਰੂਪ ਮਹਾ ਮੰਤਰ ਵਸ ਰਿਹਾ ਹੈ, ਬਲੀ ਮੰਤਰ ਵਸ ਰਿਹਾ ਹੈ। ਮੈਂ ਅਚਰਜ ਤਾਕਤ ਵਾਲੇ ਪ੍ਰਭੂ ਦਾ ਨਾਮ ਸੁਣਦੀ ਰਹਿੰਦੀ ਹਾਂ। ਇਸ ਵਾਸਤੇ ਜੇ ਮੈਂ ਕਾਜਲ ਦੇ ਨਾਲ ਭਰੀ ਹੋਈ ਕੋਠੜੀ ਦੇ ਵਿੱਚ ਵੀ ਚੱਲ ਜਾਵਾਂ ਤਾਂ ਵੀ ਕਾਲੀ ਨਹੀਂ ਹੋਵਾਂਗੀ, ਮੇਰਾ ਨਿਖਰਿਆ ਹੋਇਆ ਰੰਗ ਹੀ ਬਾਹਰ ਨਿਕਲੇਗਾ। ਭਾਵ ਵਿਕਾਰਾਂ ਦੇ ਵਿੱਚ ਗੁੰਨੇ ਹੋਏ ਸੰਸਾਰ ਦੇ ਵਿੱਚ ਵਿਚਰਦੇ ਹੋਇਆਂ ਵੀ ਮੈਂ ਇਹਨਾਂ ਵਿਕਾਰਾਂ ਤੋਂ ਬਚੀ ਰਹਿ ਪਾ ਰਹੀ ਹਾਂ। ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਆਪਣਾ ਚਰਨ ਲਗਾਈ। ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਹੇ ਭੈਣ, ਪ੍ਰਭੂ ਨੇ ਕਿਰਪਾ ਕਰਕੇ ਆਪਣੀ ਮਿਹਰ ਦੀ ਨਿਗਾਹ ਨਾਲ ਮੈਨੂੰ ਤੱਕਿਆ, ਮੈਨੂੰ ਆਪਣੇ ਚਰਨਾਂ ਦੇ ਵਿੱਚ ਜੋੜੀ ਰੱਖਿਆ। ਮੈਨੂੰ ਉਸ ਪਰਮਾਤਮਾ ਦਾ ਪ੍ਰੇਮ ਪ੍ਰਾਪਤ ਹੋਇਆ, ਉਹਦੀ ਭਗਤੀ ਦੀ ਦਾਤ ਮਿਲੀ। ਇਸੇ ਕਰਕੇ ਮੈਂ ਤ੍ਰਿਸ਼ਨਾ ਅੱਗ ਵਿੱਚ ਸੜ ਰਹੇ ਸੰਸਾਰ ਵਿੱਚ ਵੀ ਆਤਮਿਕ ਆਨੰਦ ਮਾਣ ਰਹੀ ਹਾਂ। ਮੈਂ ਸਾਧ ਸੰਗਤ ਦੇ ਵਿੱਚ ਲੀਨ ਰਹਿੰਦੀ ਹਾਂ। ਸੋ ਪਹਿਲੀ ਸਹੇਲੀ ਨੇ ਸਵਾਲ ਪੁੱਛੇ ਕਿ ਹੇ ਭੈਣ, ਤੇਰਾ ਆਲਸ ਕਿੱਧਰ ਗਿਆ, ਤੇਰੀ ਮੋਹ ਦੀ ਨੀਂਦ ਕਿਵੇਂ ਛੁੱਟ ਗਈ।
ਵਿਕਾਰ ਅਤੇ ਮਾਇਆ ਤੇਰੇ ਤੇ ਆਪਣਾ ਅਸਰ ਕਿਉਂ ਨਹੀਂ ਪਾ ਰਹੀ? ਤੇ ਦੂਸਰੀ ਸਹੇਲੀ ਉੱਤਰ ਦਿੰਦੀ ਹੈ ਕਿ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ, ਪ੍ਰਮਾਤਮਾ ਦੀ ਮਿਹਰ ਦੀ ਨਿਗਾਹ ਮੇਰੇ ਤੇ ਹੋਈ ਹੈ, ਇਸੇ ਕਰਕੇ ਹੀ ਮੈਂ ਇਹਨਾਂ ਸਭਨਾਂ ਤੋਂ ਬਚੀ ਹੋਈ ਹਾਂ। ਇਸੇ ਕਰਕੇ ਹੀ ਸੜਦੇ ਹੋਏ ਸੰਸਾਰ ਦੇ ਵਿੱਚ ਵੀ ਮੈਂ ਤ੍ਰਿਸ਼ਨਾਵਾਂ ਦੀ, ਵਿਕਾਰਾਂ ਦੀ ਅੱਗ ਤੋਂ ਬਚੀ ਪਈ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਘਰ ਸਤਵਾਂ ਮਹਿਲਾ ਪੰਜਵਾਂ। ਲਾਲ ਚੋਲਨਾ ਤੈਂ ਤਨ ਸੋਇਆ, ਸੁਰਜਨ ਭਾਨੀ ਤਾਂ ਮਨ ਮੋਇਆ। ਹੇ ਭੈਣ, ਤੇਰੇ ਸਰੀਰ ਉੱਤੇ ਲਾਲ ਰੰਗ ਦਾ ਚੋਲਾ ਸੋਹਣਾ ਲੱਗ ਰਿਹਾ ਹੈ, ਸੋ ਰਿਹਾ ਹੈ, ਕਿਉਂਕਿ ਤੂੰ ਸੁਰਜਨ ਨੂੰ, ਸੱਜਣ ਹਰੀ ਨੂੰ ਪਿਆਰੀ ਲੱਗੀ ਹੈ। ਇਸੇ ਕਰਕੇ ਤੂੰ ਮੇਰਾ ਮਨ ਵੀ ਮੋਹ ਲਿਆ ਹੈ। ਸੁਰਜਨ ਭਾਨੀ ਤਾਂ ਮਨ ਮੋਹਿਆ। ਕਵਣ ਬਨੀਰੀ ਤੇਰੀ ਲਾਲੀ, ਕਵਣ ਰੰਗ ਤੂੰ ਭਈ ਗੁਲਾਲੀ। ਰਹਾਉ। ਗੁਰੂ ਸਾਹਿਬ ਸਵਾਲ ਪੁੱਛਦੇ ਨੇ ਕਿ ਹੇ ਭੈਣ, ਦੱਸ ਤੇਰੇ ਚਿਹਰੇ ਉੱਤੇ ਲਾਲੀ ਕਿਵੇਂ ਆ ਬਣੀ? ਕਿਸ ਰੰਗ ਦੀ ਬਰਕਤ ਨਾਲ ਤੂੰ ਸੋਹਣੇ ਗੂੜੇ ਰੰਗ ਵਾਲੀ ਬਣ ਗਈ? ਤੁਮ ਹੀ ਸੁੰਦਰ ਤੁਮੈ ਸੁਹਾਗ, ਤੁਮ ਘਰ ਲਾਲਨ ਤੁਮ ਘਰ ਭਾਗ। ਜੀਵ ਇਸਤਰੀ ਦੀ ਤਾਰੀਫ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਬੜੀ ਸੋਹਣੀ ਦਿਸ ਰਹੀ ਹੈ, ਤੇਰਾ ਸੁਹਾਗ ਭਾਗ ਉੱਗੜ ਆਇਆ ਹੈ, ਸੁਹਾਗਣ ਲੱਗਦੀ ਹੈ। ਤੁਮ ਘਰ ਲਾਲਨ, ਪ੍ਰੀਤਮ ਪ੍ਰਭੂ ਤੇਰੇ ਹਿਰਦੇ ਘਰ ਵਿੱਚ ਵਸ ਰਿਹਾ ਹੈ। ਤੁਮ ਘਰ ਭਾਗ, ਇਸੇ ਕਰਕੇ ਹੀ ਤੇਰੇ ਹਿਰਦੇ ਘਰ ਦੇ ਵਿੱਚ ਕਿਸਮਤ ਵੀ ਜਾਗ ਪਈ ਹੈ, ਭਾਗ ਲੱਗੇ ਹਨ। ਤੂੰ ਸਤਵੰਤੀ, ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ, ਤੂੰ ਹੀ ਸੁਰਗਿਆਨ। ਤੂੰ ਸੁੱਚੇ ਆਚਰਣ ਵਾਲੀ ਹੋ ਗਈ ਹੈ। ਤੂੰ ਹੁਣ ਸਭ ਥਾਂ ਆਦਰ ਮਾਣ ਪਾ ਰਹੀ ਹੈ। ਤੂੰ ਪ੍ਰੀਤਮ ਨੂੰ ਚੰਗੀ ਲੱਗ ਰਹੀ ਹੈ, ਇਸੇ ਕਰਕੇ ਹੀ ਤੂੰ ਸ੍ਰੇਸ਼ਟ ਗਿਆਨ ਵਾਲੀ ਵੀ ਬਣ ਗਈ ਹੈ। ਪ੍ਰੀਤਮ ਭਾਨੀ ਤਾਂ ਰੰਗ ਗੁਲਾਲ, ਕਹੋ ਨਾਨਕ ਸ਼ੁਭ ਦ੍ਰਿਸ਼ਟ ਨਿਹਾਲ। ਹੇ ਨਾਨਕ, ਆਖ ਕੇ ਹੇ ਭੈਣ, ਮੈਂ ਪ੍ਰੀਤਮ ਪ੍ਰਭੂ ਨੂੰ ਚੰਗੀ ਲੱਗ ਰਹੀ ਹਾਂ, ਤਾਈਆਂ ਮੈਂ ਗੂੜੇ ਪ੍ਰੇਮ ਰੰਗ ਵਿੱਚ ਰੰਗੀ ਗਈ ਹਾਂ। ਉਹ ਪ੍ਰੀਤਮ ਪ੍ਰਭੂ ਮੈਨੂੰ ਪਿਆਰ ਭਰੀ ਨਿਗਾਹ ਦੇ ਨਾਲ ਤੱਕਦਾ ਹੈ। ਸੁਨ ਰੀ ਸਖੀ ਇਹ ਹਮਰੀ ਘਾਲ, ਪ੍ਰਭ ਆਪ ਸ਼ਿੰਗਾਰ ਸਵਾਰਨਹਾਰ। ਰਹਾਉ ਦੂਜਾ। ਜੋ ਪਹਿਲੀਆਂ ਰਹਾਉ ਵਾਲੀਆਂ ਪੰਕਤੀਆਂ ਸਨ, ਉਹਨਾਂ ਦੇ ਵਿੱਚ ਸਵਾਲ ਸੀ, ਜਿੱਥੇ ਇੱਕ ਭੈਣ ਦੂਸਰੀ ਭੈਣ ਨੂੰ ਪੁੱਛ ਰਹੀ ਹੈ ਕਿ ਤੇਰੇ ਚਿਹਰੇ ਉੱਤੇ ਲਾਲੀ ਕਿਵੇਂ ਬਣੀ, ਕਿਸ ਰੰਗ ਦੀ ਬਰਕਤ ਦੇ ਨਾਲ ਤੂੰ ਸੋਹਣੇ ਗੂੜੇ ਰੰਗ ਵਾਲੀ ਬਣ ਗਈ। ਤੇ ਇਹ ਜੋ ਦੂਜਾ ਵਾਲਾ ਰਹਾਉ ਹੈ, ਇਹਦੀਆਂ ਪੰਕਤੀਆਂ ਦੇ ਵਿੱਚ ਦੂਸਰੀ ਸਹੇਲੀ ਜਵਾਬ ਦਿੰਦੀ ਹੈ ਕਿ ਸੁਨ ਰਹੀ ਸਖੀ ਇਹ ਹਮਰੀ ਘਾਲ, ਪ੍ਰਭ ਆਪ ਸ਼ਿੰਗਾਰ ਸਵਾਰਨਹਾਰ। ਪ੍ਰਮਾਤਮਾ ਆਪ ਹੀ ਮੈਨੂੰ ਸੋਹਣੀ ਬਣਾਉਣ ਵਾਲਾ ਹੈ, ਮੈਨੂੰ ਸ਼ਿੰਗਾਰਨ ਵਾਲਾ ਹੈ, ਮੈਨੂੰ ਸੁੰਦਰਤਾ ਦੀ ਦਾਤ ਬਖਸ਼ਣ ਵਾਲਾ ਹੈ। ਇਹੀ ਮੇਰੀ ਮਿਹਨਤ ਹੈ ਕਿ ਪ੍ਰਭੂ ਨੇ ਖੁਦ ਹੀ ਮੇਰੇ ਤੇ ਮਿਹਰ ਕੀਤੀ ਹੈ। ਪ੍ਰਭੂ ਨੂੰ ਮੈਂ ਖੁਦ ਹੀ ਚੰਗੀ ਲੱਗ ਗਈ ਹਾਂ। ਆਸਾ ਮਹਿਲਾ ਪੰਜਵਾਂ। ਦੁਖ ਘਨੋ ਜਬ ਹੋਤੇ ਦੂਰ, ਅਬ ਮਸਲਤ ਮੋਹੇ ਮਿਲੀ ਹਦੂਰ। ਹੇ ਸਖੀ ਸਹੇਲੀ, ਜਦੋਂ ਮੈਂ ਪ੍ਰਭੂ ਚਰਨਾਂ ਤੋਂ ਦੂਰ ਰਹਿੰਦੀ ਹਾਂ, ਮੈਨੂੰ ਬਹੁਤ ਦੁੱਖ ਵਾਪਰਦਾ ਰਹਿੰਦਾ ਹੈ। ਦੁਖ ਘਨੋ ਜਬ ਹੋਤੇ ਦੂਰ, ਕਿ ਜਦੋਂ ਮੈਂ ਪ੍ਰਭੂ ਚਰਨਾਂ ਤੋਂ ਦੂਰ ਹੁੰਦੀ ਹਾਂ ਤਾਂ ਮੇਰੇ ਜੀਵਨ ਦੇ ਵਿੱਚ ਘਣਾ ਦੁੱਖ, ਬਹੁਤ ਜ਼ਿਆਦਾ ਦੁੱਖ ਆ ਜਾਂਦਾ ਹੈ। ਪਰ ਹੁਣ ਗੁਰੂ ਦੀ ਸਿੱਖਿਆ ਦੀ ਮਦਦ ਦੇ ਨਾਲ ਮੈਨੂੰ ਪ੍ਰਮਾਤਮਾ ਦੀ ਹਜ਼ੂਰੀ ਮਿਲ ਗਈ ਹੈ। ਅਬ ਮਸਲਤ ਮੋਹੇ ਮਿਲੀ ਹਦੂਰ। ਚੁੱਕਾ ਨਿਹੋਰਾ ਸਖੀ ਸਹੇਰੀ, ਭਰਮ ਗਿਆ ਗੁਰ ਪਿਰ ਸੰਗ ਮੇਰੀ। ਰਹਾਉ। ਮੈਨੂੰ ਗੁਰੂ ਨੇ ਪਤੀ ਪ੍ਰਭੂ ਦੇ ਨਾਲ ਮਿਲਾ ਦਿੱਤਾ ਹੈ। ਹੁਣ ਮੇਰੀ ਭਟਕਣਾ ਦੂਰ ਹੋ ਗਈ ਹੈ। ਜਦੋਂ ਮੈਂ ਪ੍ਰਭੂ ਚਰਨਾਂ ਤੋਂ ਵਿਛੜੀ ਹੋਈ ਸੀ ਤਾਂ ਮੇਰੇ ਜੀਵਨ ਦੇ ਵਿੱਚ ਬਹੁਤ ਸਾਰੇ ਦੁੱਖ ਕਲੇਸ਼ ਸਨ, ਤੇ ਇਹਨਾਂ ਦੁੱਖਾਂ ਕਲੇਸ਼ਾਂ ਦਾ ਉਲਾਂਭਾ ਮੈਂ ਪ੍ਰਮਾਤਮਾ ਨੂੰ ਦਿੰਦੀ ਸਾਂ, ਨਿਹੋਰਾ ਮਾਰਦੀ ਸਾਂ। ਪਰ ਜਦੋਂ ਦਾ ਗੁਰੂ ਨੇ ਪ੍ਰਭੂ ਪਤੀ ਦੇ ਨਾਲ ਮੇਰਾ ਮਿਲਾਪ ਕਰਵਾ ਦਿੱਤਾ ਹੈ, ਮੇਰਾ ਸਾਰਾ ਹੀ ਨਿਹੋਰਾ ਖਤਮ ਹੋ ਗਿਆ। ਹੁਣ ਮੈਨੂੰ ਕਿਸੇ ਦੇ ਨਾਲ ਵੀ ਕੋਈ ਗਿਲਾ ਸ਼ਿਕਵਾ ਨਹੀਂ ਹੈ। ਨਿਕਟ ਆਨ ਪ੍ਰਿਯ ਸੇਜ ਧਰੀ, ਕਾਨ ਕੱਢਣ ਤੇ ਛੂਟ ਭਰੀ। ਹੇ ਸਖੀ, ਗੁਰੂ ਨੇ ਮੈਨੂੰ ਪ੍ਰਭੂ ਚਰਨਾਂ ਦੇ ਨੇੜੇ ਲਿਆ ਕੇ ਪਿਆਰੇ ਪ੍ਰਭੂ ਪਤੀ ਦੀ ਸੇਜ ਉੱਤੇ ਬਿਠਾਲ ਦਿੱਤਾ ਹੈ, ਪ੍ਰਭੂ ਚਰਨਾਂ ਦੇ ਵਿੱਚ ਜੋੜ ਦਿੱਤਾ ਹੈ।
ਹੁਣ ਮੈਂ ਹੋਰ ਕਿਸੇ ਵੀ ਧਿਰ ਦੀ ਮੁਥਾਜੀ ਕਰਨ ਤੋਂ ਬਚ ਗਈ ਹਾਂ। ਕਾਣ ਕੱਢਣ ਤੋਂ ਭਾਵ ਮੁਥਾਜੀ, ਕਿ ਹੁਣ ਮੈਂ ਕਿਸੇ ਹੋਰ ਦੀ ਮੁਥਾਜ ਨਹੀਂ ਰਹੀ, ਪ੍ਰਭੂ ਦੇ ਨਾਲ ਮੇਰਾ ਮਿਲਾਪ ਹੋ ਗਿਆ ਹੈ। ਮੰਦਰ ਮੇਰਾ ਸ਼ਬਦ ਉਜਾਰਾ, ਆਨੰਦ ਬਿਨੋਦੀ ਖਸਮ ਹਮਾਰਾ। ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਮੇਰੇ ਹਿਰਦੇ ਮੰਦਰ ਵਿੱਚ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਹੈ। ਸਾਰੇ ਆਨੰਦਾਂ ਤੇ ਚੋਜ ਤਮਾਸ਼ਿਆਂ ਦਾ ਮਾਲਕ ਮੇਰਾ ਖਸਮ ਪ੍ਰਭੂ ਮੈਨੂੰ ਮਿਲ ਪਿਆ ਹੈ। ਮਸਤਕ ਭਾਗ ਮੈਂ ਫਿਰ ਘਰ ਆਇਆ, ਥਿਰ ਸੁਹਾਗ ਨਾਨਕ ਜਨ ਪਾਇਆ। ਹੇ ਦਾਸ ਨਾਨਕ ਆਖ, ਹੇ ਸਖੀ ਮੇਰੇ ਮੱਥੇ ਉੱਤੇ ਭਾਗ ਜਾਗ ਪਿਆ ਹੈ, ਕਿਉਂਕਿ ਮੇਰਾ ਪਤੀ ਪ੍ਰਭੂ ਮੇਰੇ ਹਿਰਦੇ ਘਰ ਵਿੱਚ ਆ ਗਿਆ ਹੈ। ਮੈਂ ਹੁਣ ਉਹ ਸੁਹਾਗ ਲੱਭ ਲਿਆ ਹੈ। ਆਸਾ ਮਹਿਲਾ ਪੰਜਵਾਂ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਗੁਰੂ ਸਾਹਿਬ ਕਹਿੰਦੇ ਕਿ ਹੇ ਭਾਈ, ਮੇਰਾ ਮਨ ਸਦਾ ਹੀ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਵਿੱਚ ਸਦਾ ਜੁੜਿਆ ਰਹਿੰਦਾ ਹੈ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਠਾਠਾ ਬਾਗਾ ਤੋਂ ਭਾਵ ਉਹਨਾਂ ਕੁ ਵਰਤੋਂ ਵਿਵਹਾਰ ਜਿਹਦੇ ਬਿਨਾਂ ਸਰਦਾ ਨਹੀਂ, ਜਿਹੜਾ ਅਤੀ ਜ਼ਰੂਰੀ ਹੈ ਸਾਡੇ ਜੀਵਨ ਦੇ ਲਈ। ਗੁਰੂ ਜੀ ਕਹਿੰਦੇ ਕਿਉਂਕਿ ਮੇਰੀ ਪ੍ਰਮਾਤਮਾ ਦੇ ਨਾਲ ਲਿਵ ਲੱਗ ਗਈ ਹੈ, ਪ੍ਰਮਾਤਮਾ ਦੇ ਨਾਲ ਪ੍ਰੀਤ ਜੁੜ ਗਈ ਹੈ, ਇਸ ਕਰਕੇ ਲੋਕਾਂ ਦੇ ਨਾਲ ਮੇਰਾ ਸਿਰਫ ਓਨਾ ਕੁ ਹੀ ਵਿਵਹਾਰ ਰਹਿ ਗਿਆ ਜਿੰਨੇ ਬਿਨਾਂ ਸਰਦਾ ਨਹੀਂ। ਸੌਖੇ ਸ਼ਬਦਾਂ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਮੈਂ ਫਾਲਤੂ ਬੈਠ ਕੇ ਲੋਕਾਂ ਦੇ ਨਾਲ ਕਿਸੇ ਦੂਜਿਆਂ ਦੀਆਂ ਚੁਗਲੀਆਂ ਨਹੀਂ ਕਰਦਾ ਜਾਂ ਆਲਤੂ ਫਾਲਤੂ ਦੀਆਂ ਗੱਲਾਂ ਨਹੀਂ ਕਰਦਾ। ਉਨੀ ਕੁ ਗੱਲਬਾਤ, ਉਹਨਾਂ ਕੁ ਵਰਤੋਂ ਵਿਵਹਾਰ ਜਿਹੜਾ ਜੀਵਨ ਦੀ ਨਿਰੰਤਰਤਾ ਦੇ ਲਈ ਜ਼ਰੂਰੀ ਹੈ ਉਹੀ ਰੱਖਦਾ ਹਾਂ। ਕਿਸੇ ਨੂੰ ਕੋਈ ਲੋੜ ਹੈ ਉਹਦੀ ਲੋੜ ਪੂਰੀ ਕਰ ਦਿੰਦਾ ਹਾਂ। ਮੈਨੂੰ ਕੋਈ ਲੋੜ ਹੈ ਕਿਸੇ ਤਾਈਂ ਤੇ ਉਹਦੇ ਤੋਂ ਮਦਦ ਮੰਗ ਵੀ ਲੈਂਦਾ ਹਾਂ। ਫਾਲਤੂ ਦਾ ਵਰਤੋਂ ਵਿਵਹਾਰ ਨਹੀਂ ਹੈ। ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੋ ਜੈਸੇ ਜਲ ਮਹਿ ਕੌਲਾ ਰਹਾਓ। ਹੇ ਭਾਈ, ਦੁਨੀਆ ਦੇ ਨਾਲ ਵਰਤਨ ਵਿਹਾਰ ਸਮੇਂ ਮੈਂ ਸਭਨਾਂ ਨਾਲ ਪਿਆਰ ਵਾਲਾ ਸੰਬੰਧ ਰੱਖਦਾ ਹਾਂ, ਪਰ ਫਿਰ ਵੀ ਦੁਨੀਆ ਤੋਂ ਨਿਰਲੇਪ ਰਹਿੰਦਾ ਹਾਂ। ਭਾਵ ਕਿ ਦੁਨੀਆ ਦੇ ਵਿੱਚ ਤੇ ਹਰ ਪ੍ਰਕਾਰ ਦੇ ਜੀਵ ਹਨ, ਹਰ ਪ੍ਰਕਾਰ ਦੇ ਮਨੁੱਖ ਨੇ, ਵਿਕਾਰੀ ਮਨੁੱਖ ਵੀ ਨੇ, ਚੰਗੇ ਵੀ ਨੇ, ਮੋਹ ਦੇ ਵਿੱਚ ਗਲਤਾਨ ਹੋਏ ਮਨੁੱਖ ਵੀ ਨੇ। ਤੇ ਜਦੋਂ ਅਸੀਂ ਦੂਜੇ ਮਨੁੱਖਾਂ ਦੇ ਨਾਲ ਵਿਵਹਾਰ ਕਰਦੇ ਹਾਂ ਤਾਂ ਅਸੀਂ ਵੀ ਇੱਕ ਦੂਜੇ ਦੇ ਮੋਹ ਦੇ ਵਿੱਚ ਵੱਜ ਜਾਂਦੇ ਹਾਂ। ਸੋ ਠਾਠਾ ਬਾਗਾ ਤੋਂ ਇੱਕ ਭਾਵ ਇਹ ਵੀ ਹੈ ਕਿ ਅਸੀਂ ਮੋਹ ਦੇ ਵਿੱਚ ਵੱਜਣਾ ਨਹੀਂ। ਉਹਨਾਂ ਕੁ ਵਰਤੋਂ ਵਿਵਹਾਰ ਜਿਹਦੇ ਬਿਨਾਂ ਸਰਦਾ ਨਹੀਂ ਉਹ ਕਰਨਾ ਹੈ, ਪਰ ਇਹ ਨਾ ਹੋਵੇ ਕਿ ਕੱਲ੍ਹ ਨੂੰ ਜਿਹਦੇ ਨਾਲ ਸਾਡਾ ਵਰਤੋਂ ਵਿਵਹਾਰ ਹੈ ਉਹ ਸਾਡੇ ਜੀਵਨ ਦੇ ਵਿੱਚ ਕਿਸੇ ਵੀ ਕਾਰਨ ਕਰਕੇ ਨਾ ਰਵੇ ਤੇ ਅਸੀਂ ਫਿਰ ਝੂਰਦੇ ਰਹਿ ਜਾਈਏ। ਨਹੀਂ, ਉਹ ਮੋਹ ਦੇ ਵਿੱਚ ਵੱਜਣਾ ਨਹੀਂ। ਤੇ ਉਹੀ ਗੱਲ ਗੁਰੂ ਸਾਹਿਬ ਕਹਿ ਰਹੇ ਨੇ ਕਿ ਬਾਹਰ ਸੂਤ ਸਗਲ ਸਿਓ ਮੌਲਾ। ਦੁਨੀਆ ਦੇ ਨਾਲ ਵਰਤਨ ਸਮੇਂ ਕਹਿੰਦੇ ਮੈਂ ਸਭਨਾਂ ਦੇ ਨਾਲ ਪਿਆਰ ਨਾਲ ਪੇਸ਼ ਆਉਣਾ। ਇਹ ਨਹੀਂ ਕਿ ਕੋਈ ਮੇਰੇ ਕੋਲ ਆ ਕੇ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦਾ ਤੇ ਮੈਂ ਉਹਨੂੰ ਇਹ ਕਹਿ ਛੱਡਦਾ ਕਿ ਤੇਰੇ ਨਾਲ ਮੈਂ ਵਰਤੋਂ ਵਿਵਹਾਰ ਨਹੀਂ ਕਰਨਾ। ਨਹੀਂ, ਅਜਿਹਾ ਨਹੀਂ। ਸਭਨਾਂ ਦੇ ਨਾਲ ਪਿਆਰ ਦੇ ਨਾਲ ਗੱਲਬਾਤ ਕਰਨੀ ਹੈ, ਪਰ ਅਲਿਪਤ ਰਹੋ ਜੈਸੇ ਜਲ ਮਹਿ ਕੌਲਾ। ਜਿਵੇਂ ਜਲ ਦੇ ਵਿੱਚ ਕਮਲ ਦਾ ਫੁੱਲ ਹੈ, ਜਲ ਦੇ ਉੱਪਰ ਤੈਰ ਰਿਹਾ ਹੈ, ਜਲ ਦੇ ਅੰਦਰ ਉਹਦੀਆਂ ਜੜ੍ਹਾਂ ਨੇ, ਪਰ ਫਿਰ ਵੀ ਭਿੱਜ ਨਹੀਂ ਰਿਹਾ, ਜਲ ਤੋਂ ਅਲਿਪਤ ਹੈ। ਗੁਰੂ ਜੀ ਕਹਿੰਦੇ ਉਸੇ ਪ੍ਰਕਾਰ ਸਭਨਾਂ ਨਾਲ ਪ੍ਰੇਮ ਸਹਿਤ ਵਿਚਰਦਾ ਹੈ, ਪਰ ਮੋਹ ਦੇ ਵਿੱਚ ਵੱਜਦਾ ਨਹੀਂ। ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਕਹਿੰਦੇ ਆਪਣੇ ਮੁਖ ਦੇ ਨਾਲ ਮੈਂ ਗੱਲਾਂ ਤੇ ਸਭਨਾਂ ਦੇ ਨਾਲ ਹੀ ਕਰਦਾ। ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਪਰ ਆਪਣਾ ਜੋ ਹਿਰਦਾ ਹੈ, ਜੋ ਆਪਣਾ ਜੀ ਹੈ, ਉਹ ਸਿਰਫ ਪ੍ਰਮਾਤਮਾ ਦੇ ਸੰਗ ਹੀ ਧਰਦਾ। ਕਹਿਣ ਤੋਂ ਭਾਵ ਹਿਰਦੇ ਦੇ ਵਿੱਚ ਸਿਰਫ ਪ੍ਰਮਾਤਮਾ ਨੂੰ ਵਸਾਇਆ ਹੋਇਆ ਹੈ। ਉਂਝ ਗੱਲਾਂ ਸਾਰੀ ਲੁਕਾਈ ਦੇ ਨਾਲ ਹੀ ਕਰ ਲੈਂਦਾ ਹਾਂ। ਦੀਸ ਆਵਤ ਹੈ ਬਹੁਤ ਪਿਹਾਲਾ, ਸਗਲ ਚਰਨ ਕੀ ਇਹ ਮਨ ਰਾਲਾ। ਹੇ ਭਾਈ, ਮੇਰੇ ਇਸ ਤਰ੍ਹਾਂ ਦੇ ਆਤਮਿਕ ਜੀਵਨ ਦੇ ਅਭਿਆਸ ਦੇ ਕਾਰਨ ਲੋਕਾਂ ਨੂੰ ਮੇਰਾ ਮਨ ਬੜਾ ਰੁੱਖਾ ਕੋਰਾ ਦਿਸਦਾ ਹੈ, ਪਰ ਅਸਲ ਦੇ ਵਿੱਚ ਮੇਰਾ ਇਹ ਮਨ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ। ਨਾਨਕ ਜਨ ਗੁਰ ਪੂਰਾ ਪਾਇਆ,
ਅੰਤਰ ਬਾਹਰ ਏਕ ਦਿਖਾਇਆ। ਹੇ ਦਾਸ ਨਾਨਕ, ਜਿਸ ਵੀ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ, ਗੁਰੂ ਨੇ ਉਸ ਨੂੰ ਉਹਦੇ ਅੰਦਰ ਤੇ ਬਾਹਰ ਸਾਰੇ ਜਗਤ ਦੇ ਵਿੱਚ ਇੱਕ ਪਰਮਾਤਮਾ ਹੀ ਵਸਦਾ ਦਿਖਾ ਦਿੱਤਾ ਹੈ। ਇਸ ਕਰਕੇ ਉਹ ਦੁਨੀਆ ਦੇ ਨਾਲ ਪਿਆਰ ਵਾਲਾ ਸਲੂਕ ਵੀ ਰੱਖਦਾ ਹੈ ਤੇ ਨਿਰਮੋਹ ਰਹਿ ਕੇ ਸੁਰਤ ਅੰਦਰ ਵਸਦੇ ਪ੍ਰਭੂ ਦੇ ਵਿੱਚ ਜੋੜੀ ਰੱਖਦਾ ਹੈ। ਕਈ ਸਾਰੇ ਸਵਾਲ ਅੱਜ ਦੀ ਗੁਰਬਾਣੀ ਦੇ ਵਿੱਚ ਸਾਨੂੰ ਪੜ੍ਹਨ ਨੂੰ ਮਿਲੇ ਤੇ ਉਹਨਾਂ ਦੇ ਉੱਤਰ ਵੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੇ। ਬੜੇ ਹੀ ਖੂਬਸੂਰਤ ਢੰਗ ਦੇ ਨਾਲ ਦੋ ਸਹੇਲੀਆਂ ਦੀ ਵਾਰਤਾਲਾਪ ਕਰਾ ਕੇ ਅੱਜ ਦੀ ਬਾਣੀ ਗੁਰੂ ਸਾਹਿਬ ਨੇ ਸਾਡੇ ਅੱਗੇ ਰੱਖੀ। ਗੁਰੂ ਦੀ ਮਹਿਮਾ ਵੀ ਕਰ ਦਿੱਤੀ, ਪਰਮਾਤਮਾ ਦੀ ਸਿਫਤ ਸਲਾਹ ਵੀ ਕਰ ਦਿੱਤੀ। ਨਾਲ ਦੀ ਨਾਲ ਦੁਨੀਆ ਦੇ ਵਿੱਚ ਵਿਚਰਨ ਦਾ ਸਾਨੂੰ ਇੱਕ ਅਨੋਖਾ ਢੰਗ ਵੀ ਸਿਖਾ ਦਿੱਤਾ ਕਿ ਸਭਨਾਂ ਦੇ ਨਾਲ ਪ੍ਰੇਮ ਸਹਿਤ ਪੇਸ਼ ਆਓ। ਹਿਰਦੇ ਦੇ ਵਿੱਚ ਸਿਰਫ ਪਰਮਾਤਮਾ ਨੂੰ ਵਸਾ ਕੇ ਰੱਖੋ। ਇਹ ਗੱਲ ਚੇਤੇ ਦੇ ਵਿੱਚ ਰੱਖੋ ਕਿ ਜੋ ਪਰਮਾਤਮਾ ਸਾਡੇ ਅੰਦਰ ਹੈ, ਸਾਹਮਣੇ ਵਾਲੇ ਦੇ ਵਿੱਚ ਵੀ ਉਹੀ ਪਰਮਾਤਮਾ ਵਸਦਾ ਹੈ। ਸੋ ਜੇ ਮੋਹ ਕਰਨਾ ਹੈ ਤੇ ਪਰਮਾਤਮਾ ਦੇ ਨਾਲ ਕਰੀਏ, ਸਾਹਮਣੇ ਵਾਲੇ ਦੇ ਵਿੱਚ ਵੀ ਉਹੀ ਪਰਮਾਤਮਾ ਹੈ, ਉਹਨੂੰ ਵੇਖੀਏ। ਜੋ ਇਨਸਾਨ ਜਾਂ ਜੀਵ ਸਾਡੇ ਸਾਹਮਣੇ ਖੜਾ ਹੈ, ਉਹਦੇ ਨਾਲ ਮੋਹ ਨਾ ਪਾਈਏ, ਉਹਦੇ ਅੰਦਰ ਜੋ ਵਸ ਰਿਹਾ ਹੈ ਉਹਦੇ ਨਾਲ ਮੋਹ ਪਾ ਲਈਏ। ਜਦੋਂ ਉਸ ਇਨਸਾਨ ਦੇ ਨਾਲ ਗੱਲਬਾਤ ਵੀ ਕਰੀਏ ਤਾਂ ਵੀ ਇਹੀ ਖਿਆਲ ਹੋਵੇ ਕਿ ਅਸੀਂ ਉਹਦੇ ਅੰਦਰ ਵਸਦੇ ਪਰਮਾਤਮਾ ਦੇ ਨਾਲ ਹੀ ਗੱਲਬਾਤ ਕਰ ਰਹੇ ਹਾਂ। ਇਸ ਤਰ੍ਹਾਂ ਅਸੀਂ ਮੋਹ ਦੇ ਵਿੱਚ ਫਸਣ ਤੋਂ ਬਚ ਸਕਦੇ ਹਾਂ। ਆਓ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੀਏ ਕਿ ਹੇ ਪ੍ਰਮਾਤਮਾ, ਸਾਨੂੰ ਇਹੀ ਸ਼ਕਤੀ, ਇਹੀ ਬਲ ਬਖਸ਼ ਕੇ ਇਸ ਸਿੱਖਿਆ ਨੂੰ ਅਸੀਂ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾ ਸਕੀਏ। ਅਸੀਂ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਸਭਨਾਂ ਦੇ ਨਾਲ ਪ੍ਰੇਮ ਸਹਿਤ ਪੇਸ਼ ਆਈਏ, ਤਾਂ ਵੀ ਮੋਹ ਦੇ ਧਾਗੇ ਦੇ ਵਿੱਚ ਵੱਜਣ ਤੋਂ ਬਚ ਜਾਈਏ। ਵੀਡੀਓ ਦੇ ਵਿੱਚੋਂ ਕੁਝ ਵੀ ਸਿੱਖਣ ਨੂੰ ਮਿਲਿਆ ਹੋਵੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ। ਇੱਥੇ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।